ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਦੀ ਇਹ ਵੀਡੀਓ ਦੇ ਵਿੱਚ ਅਸੀਂ ਨੇ ਜੋ ਸਾਡੀਆਂ ਦੰਤ ਕਥਾਵਾਂ ਹਨ, ਜਿਵੇਂ ਕਿ ਪਹਿਲਾਂ ਅਸੀਂ ਭਗਤ ਪੂਰਨ ਜੀ ਦੇ ਜੀਵਨ ਨਾਲ ਸੰਬੰਧਿਤ ਕਹਾਣੀ ਦੇ ਇਸ ਕਥਾ ਦੇ ਕੁਐਸਚਨ ਆਨਸਰ ਇਸ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝੇ ਕੀਤੇ ਨੇ, ਅਤੇ ਅੱਜ ਅਸੀਂ ਉਸੇ ਕਥਾ ਦਾ ਇੱਕ ਉਪਭਾਗ ਕਹਿ ਸਕਦੇ ਹਾਂ। ਉਸੇ ਕਥਾ ਨਾਲ ਸੰਬੰਧਿਤ ਇੱਕ ਕਹਾਣੀ ਹੋਰ ਹੈ, ਰਾਜਾ ਰਸਾਲੂ। ਰਾਜਾ ਰਸਾਲੂ ਪੂਰਨ ਭਗਤ ਦੇ ਆਸ਼ੀਰਵਾਦ ਸਦਕਾ ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਪੁੱਤਰ ਜਿਹੜਾ ਇਹ ਜਨਮ ਲੈਂਦਾ। ਇਸ ਦੀ ਕਹਾਣੀ ਵੀ ਲਗਭਗ ਉਸੇ ਤਰ੍ਹਾਂ ਹੈ ਕਿ ਇਸ ਨੂੰ ਵੀ ਭੋਰੇ ਦੇ ਵਿੱਚ ਰੱਖਿਆ ਜਾਂਦਾ ਅਤੇ 12 ਸਾਲ ਭੋਰੇ ਦੇ ਅੰਦਰ ਇਸ ਨੇ ਰਹਿਣਾ ਹੈ। 11 ਸਾਲ ਦੀ ਉਮਰ ਦੇ ਵਿੱਚ ਹੀ ਭੋਰੇ ਤੋਂ ਬਾਹਰ ਆ ਜਾਂਦਾ ਅਤੇ ਇਸ ਬੱਚੇ ਦਾ ਜਦੋਂ ਜਨਮ ਹੁੰਦਾ, ਇਹਦੇ ਅਸਤਬਲ ਦੇ ਵਿੱਚ ਇੱਕ ਫੌਲਾਦੀ ਨਾਂ ਦਾ ਘੋੜਾ ਅਤੇ ਇੱਕ ਤੋਤਾ ਜਨਮ ਲੈਂਦੇ ਨੇ। ਅਤੇ ਇਹ 11 ਸਾਲ ਦੀ ਉਮਰ 'ਚ ਹੀ ਜਿਹੜਾ ਰਾਜਾ ਰਸਾਲੂ ਆ ਆਪਣੇ ਉਸ ਭੋਰੇ 'ਚੋਂ, ਆਪਣੀ ਕੈਦ 'ਚੋਂ ਬਾਹਰ ਆਉਂਦਾ ਅਤੇ ਇਹ ਦਵੰਗ ਪ੍ਰਵਿਰਤੀ ਦਾ ਬੱਚਾ ਹੁੰਦਾ। ਅਤੇ ਇਹਦਾ ਪਿਤਾ ਤਾਂ ਨਹੀਂ ਇਹਨੂੰ ਮੱਥੇ ਲਾਉਂਦਾ, ਨਾ ਹੀ ਆਪਣੇ ਪਿਤਾ ਕੋਲ ਜਾਂਦਾ। ਅਤੇ ਕਿਹਾ ਜਾਂਦਾ ਕਿ ਇਹ ਉਸ ਸਮੇਂ ਇੱਕ ਨਦੀ ਦੇ ਉੱਪਰ ਪਾਣੀ ਭਰਦੀਆਂ ਕੁੜੀਆਂ ਦੀਆਂ ਗਾਗਰਾਂ ਨੂੰ ਭੰਨ ਦਿੰਦਾ ਗਲੇਲਾਂ ਨਾਲ, ਅਤੇ ਉਹਦੀ ਸ਼ਿਕਾਇਤ ਰਾਜੇ ਕੋਲ ਜਾਂਦੀ ਆ। ਅਤੇ ਰਾਜੇ ਨੂੰ ਬੜਾ ਦੁੱਖ ਹੁੰਦਾ ਕਿ ਇਹਨੂੰ 12 ਸਾਲ ਭੋਰੇ ਦੇ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ ਸੀ, ਇਹ ਪਹਿਲਾਂ ਹੀ ਭੋਰੇ 'ਚੋਂ ਬਾਹਰ ਆ ਗਿਆ। ਅਤੇ ਫਿਰ ਜਿਹੜਾ ਰਾਜਾ ਉਸਨੂੰ ਕੁੜੀਆਂ ਨੂੰ ਕਹਿੰਦਾ ਕਿ ਤੁਸੀਂ ਮਿੱਟੀ ਦੇ ਘੜਿਆਂ ਦੀ ਥਾਂ ਜਿਹੜੀ ਗਾਗਰਾਂ ਨੇ, ਤੁਸੀਂ ਗਾਗਰਾਂ 'ਚ ਪਾਣੀ ਲੈ ਕੇ ਆਓ। ਅਤੇ ਕਿਹਾ ਜਾਂਦਾ ਹੈ ਕਿ ਲੋਹੇ ਦੇ ਤੀਰਾਂ ਦੇ ਨਾਲ ਫੌਲਾਦੀ ਜਿਹੜਾ ਸੀ, ਇਹਦੇ ਵਿੱਚ ਇਹਨਾਂ ਨੇ ਦੱਸਿਆ ਫੌਲਾਦ ਦੇ ਤੀਰਾਂ ਨਾਲ ਇਹ ਜਿਹੜੀਆਂ ਗਾਗਰਾਂ ਨੂੰ ਵੀ ਵਿੰਨ੍ਹ ਦਿੰਦਾ। ਅਤੇ ਕਿਹਾ ਜਾਂਦਾ ਕਿ ਜਦੋਂ 12 ਸਾਲ ਬੀਤਦੇ ਨੇ ਅਤੇ ਉਸ ਦਿਨ ਇਹਨੂੰ ਕਚਹਿਰੀ 'ਚ ਬੁਲਾਇਆ ਜਾਂਦਾ ਪਹਿਲੇ ਦਿਨ। ਅਤੇ ਜਿਹੜਾ ਇਹਦਾ ਪਿਤਾ ਇਸ ਗੱਲੋਂ ਨਾਰਾਜ਼ ਸੀ ਕਿ ਇਹਨੇ ਉਹਦੀਆਂ ਜਿਹੜੀਆਂ ਹੁਕਮ ਸੀ ਉਹਨਾਂ ਦੀ ਉਲੰਘਣਾ ਕੀਤੀ, ਕਿ ਇਹਨੇ ਪਹਿਲਾਂ ਹੀ 11 ਸਾਲ ਦੀ ਉਮਰ 'ਚ ਹੀ ਉਹ ਭੋਰੇ 'ਚੋਂ ਬਾਹਰ ਆ ਗਿਆ। ਅਤੇ ਉਸ ਤੋਂ ਬਾਅਦ ਇਹਨੂੰ ਜਦੋਂ ਕਿਹਾ ਸੀ ਕਿ ਤੂੰ ਗਾਗਰਾਂ ਨਹੀਂ ਭਰਨੀਆਂ ਜਾਂ ਕੁੜੀਆਂ ਨਾਲ ਛੇੜਛਾੜ ਨਹੀਂ ਕਰਨੀ, ਇਹਨੇ ਕੀਤੀ। ਤਾਂ ਕਿਹਾ ਜਾਂਦਾ ਕਿ ਉਹਦਾ ਪਿਤਾ ਉਸ ਨੂੰ ਉਸੇ ਸਾਲ ਦੇਸ ਨਿਕਾਲਾ ਦੇ ਦਿੰਦਾ, ਉਹਨੂੰ ਦੇਸ਼ ਤੋਂ ਬਾਹਰ ਕੱਢ ਦਿੰਦਾ। ਅਤੇ ਇਹ ਕਿਹਾ ਜਾਂਦਾ ਕਿ ਜਿਹੜਾ ਰਸਾਲੂ ਆ ਇਹ ਆਪਣੇ ਫੌਲਾਦੀ ਨਾਂ ਦੇ ਘੋੜੇ ਅਤੇ ਤੋਤੇ ਨਾਲ ਉਸੇ ਰਾਤ ਸ਼ਹਿਰ ਛੱਡ ਕੇ ਚਲਾ ਜਾਂਦਾ। ਅਤੇ ਫਿਰ ਅੱਗੇ ਜਦੋਂ ਇਹ ਜਾਂਦਾ ਅਤੇ ਇਹਦੇ ਨਾਲ ਜਿਹੜੇ ਇੱਕ ਦੋ ਦੋਸਤ ਮਿੱਤਰ ਜਾਂਦੇ ਨੇ, ਸੋਚਦਾ ਕਿ ਇਹਨਾਂ ਨੇ ਮੇਰੇ ਨਾਲ ਕੀ ਜੀਵਨ ਗੁਜ਼ਾਰਨਾ, ਅਤੇ ਉਹਨਾਂ ਨੂੰ ਵਾਪਸ ਮੋੜ ਦਿੰਦਾ। ਅਤੇ ਜਦੋਂ ਅੱਗੇ ਜਾਂਦਾ ਉਸ ਨੂੰ ਇੱਕ ਨਾਗ ਮਿਲਦਾ, ਅਤੇ ਉਹ ਨਾਗ ਮੂਧਾ ਪਿਆ ਹੁੰਦਾ, ਉਹਦੀ ਅੱਖਾਂ 'ਚ ਮਿੱਟੀ ਪਈ ਹੁੰਦੀ ਹੈ, ਅਤੇ ਉਹ ਨਾਗ ਦੀਆਂ ਅੱਖਾਂ 'ਚੋਂ ਰੇਤਾ ਕੱਢ ਦਿੰਦਾ ਅਤੇ ਨਾਗ ਉਸ ਨੂੰ ਇੱਕ ਮਣੀ ਪ੍ਰਦਾਨ ਕਰਦਾ। ਅਤੇ ਉਹ ਤੋਂ ਮਣੀ ਲੈ ਕੇ ਇਹ ਫਿਰ ਅੱਗੇ ਚਲਾ ਜਾਂਦਾ ਅਤੇ ਉੱਥੇ ਇੱਕ ਰਸਤੇ ਦੇ ਵਿੱਚ ਰਾਜਾ ਹਰੀ ਚੰਦ ਦੀ ਜਿਹੜੀ ਲੜਕੀ ਆ, ਉਹ ਜਿੱਥੇ ਪਿਆ ਆਰਾਮ ਕਰਦਾ, ਉੱਥੋਂ ਦੀ ਸ਼ਹਿਰ ਘਰ ਦੀ ਗੁਜ਼ਰਦੀ ਹੈ। ਅਤੇ ਵੇਖ ਕੇ ਉਸ ਨੂੰ ਮੋਹਿਤ ਹੁੰਦਾ ਕਿ ਇੰਨੀ ਸੋਹਣੀ ਰਾਜਕੁਮਾਰੀ ਨਾਲ ਕਾਸ਼ ਮੇਰਾ ਵਿਆਹ ਹੋਵੇ। ਅਤੇ ਜਦੋਂ ਸੋਚਦਾ, ਇਹਨੂੰ ਖਬਰ ਮਿਲਦੀ ਆ ਕਿ ਰਾਜੇ ਹਰੀ ਚੰਦ ਨੇ ਉਸ ਲੜਕੀ ਦਾ ਵਿਆਹ ਕਰਾਉਣ ਲਈ ਇੱਕ ਸਵੰਬਰ ਰਚਾਇਆ, ਜਿਹਦੇ ਵਿੱਚ ਇੱਕ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਗਾਉਣਾ। ਜਿਹੜਾ ਵੀ ਕੋਈ ਨਿਸ਼ਾਨਾ ਲਗਾਊਗਾ ਕਿ ਵੀ ਫਿਰ ਜਿਹੜਾ ਇਹ ਕਿਹਾ ਜਾਂਦਾ ਕਿ ਇਹ ਉਹਦਾ ਵਿਆਹ ਉਹਦੇ ਨਾਲ ਤੈਅ ਕਰ ਦੂ। ਅਤੇ ਕਿਹਾ ਜਾਂਦਾ ਕਿ ਇਹ ਪਹਿਲਾਂ ਤੋਂ ਹੀ ਨਿਸ਼ਾਨੇਬਾਜ਼ ਸੀ, ਇਹਨੇ ਉਹ ਮੱਛੀ ਦੀ ਅੱਖ ਫੁੰਡ ਦਿੱਤੀ ਅਤੇ ਸ਼ਰਤ ਅਨੁਸਾਰ ਰਾਜੇ ਹਰੀ ਚੰਦ ਨੇ ਇਹਦੀ ਮੰਗਣੀ ਹੈ ਜਿਹੜੀ ਉਸ ਕੁੜੀ ਨਾਲ ਕਰਨੀ ਤੈਅ ਕਰ ਦਿੱਤੀ। ਅਤੇ ਕਿਹਾ ਜਾਂਦਾ ਜਦੋਂ ਇਹਦੀ ਮੰਗਣੀ ਹੋ ਜਾਂਦੀ ਹੈ, ਇਹਨੂੰ ਕੁਝ ਸਮੇਂ ਬਾਅਦ ਪਤਾ ਲੱਗਦਾ ਕਿ ਜਿਹੜੀ ਉਹ ਲੜਕੀ ਹੁੰਦੀ ਆ ਸਰੂਪਾਂ, ਉਹ ਕਿਸੇ ਸੁਨਿਆਰਾਂ ਦੇ ਲੜਕੇ ਨੂੰ ਪਿਆਰ ਕਰਦੀ ਹੈ ਅਤੇ ਉਸ ਨੂੰ ਉਹਦੀ ਸੱਚਾਈ ਤੋਂ ਜਾਣੂ ਹੋ ਕੇ ਉਹਦੀ ਸ਼ਾਦੀ ਹਰੀ ਚੰਦ ਨੂੰ ਕਹਿ ਕੇ ਉਹਦੇ ਨਾਲ ਕਰਾ ਕੇ ਫਿਰ ਅੱਗੇ ਚੱਲ ਜਾਂਦਾ। ਅਤੇ ਇੱਦਾਂ ਹੀ ਇਹਦਾ ਜੀਵਨ ਸਫ਼ਰ ਆ ਜਿਹੜਾ। ਫਿਰ ਜਦੋਂ ਇਸ ਤੋਂ ਬਾਅਦ ਅੱਗੇ ਜਾਂਦਾ, ਰਸਤੇ 'ਚ ਕਿਤੇ ਅਨਿਆਂ ਹੁੰਦਾ, ਅਤਿਆਚਾਰ ਹੁੰਦੇ ਨੇ, ਤਾਂ ਇਹ ਉਹਨਾਂ ਦਾ ਡਟ ਕੇ ਮੁਕਾਬਲਾ ਕਰਦਾ, ਸਾਹਮਣਾ ਕਰਦਾ। ਅਤੇ ਫਿਰ ਕਿਹਾ ਜਾਂਦਾ ਕਿ ਫਿਰ ਜਦੋਂ ਇਹ ਅੱਗੇ ਆਪਣੇ ਸਫ਼ਰ ਦੇ ਵਿੱਚ ਅੱਗੇ ਲੰਘਦਾ ਤਾਂ ਇਹਨੂੰ ਰਸਤੇ ਦੇ ਵਿੱਚ ਇੱਕ ਸਿਰ ਕੱਟੀ ਲਾਸ਼ ਮਿਲਦੀ ਹੈ, ਅਤੇ ਜਿਹਨੂੰ ਬਹੁਤ ਜੰਗਲ ਦੇ ਜਾਨਵਰ ਪੰਛੀ ਖਾ ਰਹੇ ਹੁੰਦੇ ਨੇ। ਅਤੇ ਸੋਚਦਾ ਕਿ ਲਾਸ਼ ਨੂੰ ਟਿਕਾਣੇ ਲਾਉਣਾ। ਅਤੇ ਜਦੋਂ ਇਹ ਉਸ ਨੂੰ ਦੱਬਣ ਲੱਗਦਾ ਤਾਂ ਲਾਸ਼ ਬੋਲਦੀ ਆ, ਅਤੇ ਉਹ ਕਹਿੰਦੀ ਹੈ ਕਿ ਮੈਂ ਰਾਜਾ ਸਿਰਕੱਪ ਦਾ ਭਰਾ ਸਿਰਮੁੱਖ ਹਾਂ। ਤੂੰ ਪੁੱਛਦਾ ਵੀ ਤੇਰੇ ਨਾਲ ਇਹ ਕੀ ਬਣੀ? ਉਹ ਕਹਿੰਦੀ ਜਿਹੜਾ ਮੇਰਾ ਭਰਾ ਹੈ, ਲਾਸ਼ ਬੋਲਦੀ ਆ ਕਿ ਜਿਹੜਾ ਮੇਰਾ ਭਰਾ ਉਹ ਬੜਾ ਕਪਟੀ ਰਾਜਾ, ਧੋਖੇ ਨਾਲ ਉਹ ਨਾ ਜਦੋਂ ਧੋਖੇ ਨਾਲ ਜਿਹੜੀ ਇੱਕ ਖੇਡ ਖੇਡਦਾ ਜਿਹਨੂੰ ਸਿਰਕੱਪ ਰਾਜਾ ਖੇਡਦਾ। ਅਤੇ ਕਿਹਾ ਜਾਂਦਾ ਕਿ ਜਦੋਂ ਉਹ ਖੇਡਦਾ ਚੌਪੜ ਨਾਂ ਦੀ ਖੇਡ ਖੇਡਦਾ, ਉਹ ਕਹਿੰਦਾ ਵੀ ਉਹ ਕੱਪ ਦੇ ਪਾਸੇ ਨਾਲ ਖੇਡਦਾ, ਦੂਸਰਾ ਉਹ ਉਸ ਟਾਈਮ ਇੱਕ ਚੂਹਾ ਰੱਖਦਾ ਕੋਲ, ਅਤੇ ਉਹ ਚਲਾਕੀ ਨਾਲ ਸਾਹਮਣੇ ਵਾਲੇ ਨੂੰ ਹਰਾ ਦਿੰਦਾ, ਅਤੇ ਜਿਹੜਾ ਹਾਰ ਜਾਂਦਾ ਉਹਦਾ ਸਿਰ ਵੱਢ ਦਿੰਦਾ। ਉਹ ਕਹਿੰਦਾ ਵੀ ਉਹਨੇ ਮੇਰੀ ਜਿਹੜੀ ਜਾਇਦਾਦ ਹੜੱਪਣ ਲਈ ਉਹ ਜਿਹੜੀ ਮਤਲਬ ਲਾਸ਼ ਹੈ ਬੋਲਦੀ ਹੈ ਕਿ ਮੈਨੂੰ ਧੋਖੇ ਨਾਲ ਮਾਰਤਾ। ਅਤੇ ਕਹਿੰਦਾ ਜੇ ਤੈਂ ਉਹਨੂੰ ਹਰਾਉਣਾ ਨਾ, ਤੂੰ ਨਾਲ ਇੱਕ ਬਿੱਲੀ ਲੈ ਕੇ ਜਾਈਂ ਅਤੇ ਫਿਰ ਤੂੰ ਉਹਨੂੰ ਹਰਾ ਸਕਦਾ। ਅਤੇ ਫਿਰ ਕਿਹਾ ਜਾਂਦਾ ਕਿ ਰਾਜਾ ਜਿਹੜਾ ਇਹ ਰਸਾਲੂ ਆ ਉੱਥੋਂ ਉਹਨੂੰ ਲਾਸ਼ ਨੂੰ ਦੱਬ ਕੇ ਅੱਗੇ ਚੱਲ ਜਾ ਰਿਹਾ।
ਤਾਂ ਰਸਤੇ 'ਚ ਦੇਖਦਾ ਜਦੋਂ ਰਾਜੇ ਸਿਰਕੱਪ ਦੇ ਮਹਿਲਾਂ ਤੋਂ ਉਹਦੀ ਰਿਆਸਤ 'ਚ ਪਹੁੰਚਣਾ ਹੀ ਵਾਲਾ ਹੁੰਦਾ ਅਤੇ ਰਸਤੇ ਦੇ ਵਿੱਚ ਉਹਨੂੰ ਇੱਕ ਘੁਮਿਆਰ ਦਾ ਜਿਹੜਾ ਉਹ ਘਰ ਦਿਖਦਾ ਨਜ਼ਰ ਪੈਂਦਾ ਅਤੇ ਉਹ ਘਰ ਦੇ ਬਾਹਰ ਹੈ ਨਾ ਉਸਨੇ ਇੱਕ ਘੇਵਾ ਅਸੀਂ ਕਹਿ ਸਕਦੇ ਹਾਂ ਜਿਹਦੇ ਵਿੱਚ ਉਹ ਆਪਣੇ ਮਿੱਟੀ ਦੇ ਭਾਂਡੇ ਨੂੰ ਪਕਾਉਂਦਾ, ਇੱਕ ਢੇਰ ਲਾਇਆ ਹੁੰਦਾ ਬੇਟਾ, ਉਹਦੇ ਵਿੱਚ ਬਹੁਤ ਸਾਰੇ ਭਾਂਡੇ, ਲੱਕੜਾਂ, ਪਾਥੀਆਂ, ਬਾਲਣ ਹੁੰਦਾ ਅਤੇ ਉਹਦੇ ਆਲੇ ਦੁਆਲੇ ਨਾ ਇੱਕ ਬਿੱਲੀ ਰੋਂਦੀ ਫਿਰਦੀ ਆ ਅਤੇ ਉਹਨੂੰ ਪੁੱਛਦਾ ਵੀ ਕੀ ਗੱਲ। ਉਹ ਕਹਿੰਦਾ ਮੈਨੂੰ ਲੱਗਦਾ ਜੀ ਇਹਦੇ ਬੱਚੇ ਮੇਰੇ ਇਹਦੇ ਵਿੱਚ ਘੇਵੇ ਦੇ ਵਿੱਚ ਨੇ, ਵੀ ਜੇਕਰ ਮੈਂ ਅੱਗ ਨੂੰ ਬੁਝਾਉਣਾ ਤਾਂ ਮੇਰੇ ਸਾਰੇ ਭਾਂਡਿਆਂ ਦਾ ਨੁਕਸਾਨ ਹੋ ਜਾਊਗਾ ਅਤੇ ਬੱਚੇ ਤਾਂ ਬਚ ਜਾਣਗੇ ਪਰ ਮੇਰਾ ਬਹੁਤ ਨੁਕਸਾਨ ਹੋ ਜੂ। ਅਤੇ ਕਿਹਾ ਜਾਂਦਾ ਰਾਜਾ ਰਸਾਲੂ ਉਹਨੂੰ ਬਹੁਤ ਸਾਰੇ ਪੈਸੇ ਦੇ ਦਿੰਦਾ ਕਿ ਜਿੰਨੇ ਦੇ ਤੇਰੇ ਭਾਂਡੇ ਨੇ, ਆ ਚੱਕ ਪੈਸੇ, ਇਹਦੇ ਬੱਚਿਆਂ ਨੂੰ ਬਚਾ ਦੇ। ਅਤੇ ਉਹਦੇ ਬੱਚਿਆਂ ਨੂੰ ਬਚਾ ਲੈਂਦਾ ਅਤੇ ਉਹ ਜਿਹੜੀ ਬਿੱਲੀ ਖੁਸ਼ ਹੋ ਕੇ ਉਹਨੂੰ ਕਹਿੰਦੀ ਹੈ ਕਿ ਲੈ ਰਾਜਨ, ਤੂੰ ਮੇਰਾ ਇੱਕ ਬੱਚਾ ਰੱਖ ਲਾ, ਜੀਵਨ 'ਚ ਕਿਤੇ ਨਾ ਕਿਤੇ ਤੇਰੇ ਕੰਮ ਜ਼ਰੂਰ ਆਊਗਾ। ਅਤੇ ਉਹ ਉੱਥੋਂ ਫਿਰ ਜਦੋਂ ਅੱਗੇ ਜਾਂਦਾ ਰਹੇ ਉਸ ਰਾਜੇ ਦੇ ਮਹਿਲਾਂ ਵੱਲ ਨੂੰ, ਉਸ ਰਾਜੇ ਸਿਰਕੱਪ ਦੇ ਨਾਲ ਖੇਡਣ ਲਈ ਚੌਪਟ, ਅਤੇ ਉਹਦੇ ਜਿਹੜੇ ਕੁਛ ਸੂਹੀਏ ਨੂੰ ਸੂਹ ਦਿੰਦੇ ਨੇ ਕਿ ਕੋਈ ਰਸਾਲੂ ਨਾਂ ਦਾ ਜਿਹੜਾ ਵਿਅਕਤੀ ਆ ਤੁਹਾਡੇ ਨਾਲ ਚੌਪੜ ਖੇਡਣ ਆਇਆ, ਅਤੇ ਉਹ ਕਹਿੰਦੇ ਉਹਨੂੰ ਮਹਿਮਾਨ ਘਰ 'ਚ ਕਹਿੰਦਾ ਤੂੰ ਅੱਜ ਆਰਾਮ ਕਰ, ਵੀ ਆਪਾਂ ਕੱਲ੍ਹ ਨੂੰ ਤੇਰੇ ਨਾਲ ਚੌਪੜ ਖੇਲਾਂਗੇ। ਅਤੇ ਫਿਰ ਕਿਹਾ ਜਾਂਦਾ ਕਿ ਉਹਨੂੰ ਉੱਥੇ ਰੱਖਦਾ, ਉਹਦੇ ਕਮਰੇ 'ਚ ਇੱਕ ਜ਼ਹਿਰੀਲੀ ਹਵਾੜ ਛੱਡ ਦਿੰਦਾ, ਉਹਦੇ ਖਾਣੇ 'ਚ ਜ਼ਹਿਰ ਵੀ ਮਿਲਾਉਂਦਾ, ਅਤੇ ਕਿਹਾ ਜਾਂਦਾ ਕਿ ਜਿਹੜੀ ਉਹ ਮਣੀ ਹੁੰਦੀ ਹੈ ਜਦੋਂ ਕੱਢ ਕੇ ਰੱਖਦਾ ਉਹ ਹਰੇਕ ਤਰ੍ਹਾਂ ਦੀ ਜ਼ਹਿਰ ਚੂਸ ਲੈਂਦੀ ਹੈ ਮਣੀ, ਜਿਹੜੀ ਉਹ ਸੱਪ ਨੇ ਦਿੱਤੀ ਸੀ ਉਹਨੂੰ, ਅਤੇ ਉਹ ਬਚ ਜਾਂਦਾ। ਅਤੇ ਰਾਜਾ ਉਹਨੂੰ ਬਹੁਤ ਚਾਲਾਂ ਕਰਦਾ ਕਿ ਮੈਂ ਮਰਵਾ ਦਾਂ, ਪਰ ਉਹ ਸੁਚੇਤ ਹੋ ਜਾਂਦਾ ਕਿ ਜਿਹੜਾ ਰਾਜਾ ਮੈਨੂੰ ਮਾਰਨ ਦੇ ਚੱਕਰਾਂ 'ਚ, ਪਰ ਉਹਦੇ ਨਾਲ ਖੇਡ ਖੇਡਣੀ ਸ਼ੁਰੂ ਕਰਦਾ। ਜਦੋਂ ਦੂਏ ਦਿਨ ਉਹ ਆਪਣੇ ਪਾਸੇ ਨਾਲ ਖੇਡ ਸ਼ੁਰੂ ਕਰਦਾ ਅਤੇ ਬੜੀਆਂ ਸੁੰਦਰ ਕੁੜੀਆਂ ਵੀ ਉਹ ਖੜਾਉਂਦਾ, ਪਰ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਧੋਖਾ ਕਰੂ, ਅਤੇ ਉਹ ਆਪਣਾ ਜਿਹੜਾ ਵਿਲੌਂਗੜਾ ਨਾਲ ਲੈ ਕੇ ਆਉਂਦਾ ਉਹਨੂੰ ਆਪਣੇ ਪੈਰਾਂ ਵਿੱਚ ਬਿਠਾ ਲੈਂਦਾ, ਅਤੇ ਜਿਹੜਾ ਰਾਜੇ ਸਿਰਕੱਪ ਦਾ ਮਤਲਬ ਚੂਹਾ ਆਉਂਦਾ ਉਹ ਬਾਹਰ ਨਹੀਂ ਆਉਂਦਾ, ਉਹ ਵਿਲੌਂਗੜੇ ਤੋਂ ਡਰਦਾ ਮਾਰਾ। ਅਤੇ ਇਸ ਤਰ੍ਹਾਂ ਜਿਹੜਾ ਰਾਜਾ ਰਸਾਲੂ ਆ ਉਹ ਸਿਰਕੱਪ ਨੂੰ ਚੌਪੜ 'ਚ ਹਰਾ ਦਿੰਦਾ, ਅਤੇ ਸ਼ਰਤ ਅਨੁਸਾਰ ਉਹ ਫਿਰ ਕਹਿੰਦਾ ਵੀ ਮੈਂ ਹੁਣ ਤੈਨੂੰ ਵੱਢੂੰਗਾ, ਤੈਨੂੰ ਮਾਰੂੰਗਾ, ਹੁਣ ਤੇਰਾ ਸਿਰ ਮੈਂ ਵੱਢੂੰ। ਅਤੇ ਕਿਹਾ ਜਾਂਦਾ ਉਸ ਟਾਈਮ ਨਾ ਉਹਨੂੰ ਇੱਕ ਰਾਜੇ ਸਿਰਕੱਪ ਨੂੰ ਸੁਨੇਹਾ ਮਿਲਦਾ ਕਿ ਤੇਰੇ ਘਰ ਦੇ ਵਿੱਚ ਇੱਕ ਬੇਟੀ ਨੇ ਜਨਮ ਲਿਆ, ਅਤੇ ਉਹ ਕਹਿੰਦਾ ਬੇਟੀ ਨੂੰ ਮਾਰ ਦਿਓ, ਕਹਿੰਦਾ ਮੇਰੇ ਲਈ ਇਹ ਸ਼ੁਭ ਪੈਦਾ ਹੋਈ ਹੈ, ਮੈਂ ਹਾਰ ਗਿਆ। ਅਤੇ ਰਸਾਲੂ ਕਹਿੰਦਾ ਵੀ ਨਹੀਂ, ਹੁਣ ਮੈਂ ਜਿੱਤ ਗਿਆ, ਹੁਣ ਮੈਂ ਤੇਰੇ ਰਾਜ ਭਾਗ ਦਾ ਮਾਲਕ ਹਾਂ, ਤੂੰ ਇਹ ਕੁੜੀ ਨੂੰ ਮਾਰਨਾ ਨਹੀਂ, ਕਿਉਂਕਿ ਮੇਰੇ ਲਈ ਸ਼ੁਭ ਆ, ਇਹਦੇ ਜਨਮ ਤੋਂ ਬਾਅਦ ਮੈਂ ਜਿੱਤਿਆ। ਅਤੇ ਕਿਹਾ ਜਾਂਦਾ ਕਿ ਉਹਨੂੰ ਕਹਿੰਦਾ ਵੀ ਤੈਂ ਕੁੜੀ ਨੂੰ ਮਾਰਨਾ ਨਹੀਂ, ਮੈਂ ਜਦੋਂ ਇਹ ਵੱਡੀ ਹੋ ਗਈ ਇਹਦੇ ਨਾਲ ਮੈਂ ਵਿਆਹ ਕਰਵਾ ਲੂੰ। ਅਤੇ ਕਹਿੰਦਾ ਚੱਲ ਹੁਣ ਵਾਰੀ ਅਨੁਸਾਰ ਮੈਂ ਤੇਰਾ ਗਰਦਨ ਵੱਢਣਾ, ਮੈਂ ਤੈਨੂੰ ਮਾਰਨਾ। ਉਹ ਕਹਿੰਦਾ ਮੈਨੂੰ ਆ ਮੇਰੀ ਧੀ ਦਾ ਵਾਸਤਾ, ਮੈਨੂੰ ਮਾਰਨਾ। ਕਿਹਾ ਜਾਂਦਾ ਕਿ ਰਸਾਲੂ ਉਹਨੂੰ ਉਹਦੀ ਧੀ ਦੇ ਵਾਸਤੇ ਕਰਕੇ ਛੱਡ ਦਿੰਦਾ। ਅਤੇ ਫਿਰ ਜਦੋਂ ਕੁੜੀ ਥੋੜ੍ਹੀ ਨੌਜਵਾਨ ਹੁੰਦੀ ਆ, ਵੱਡੀ ਹੁੰਦੀ ਆ, ਅਤੇ ਜਿਹੜਾ ਇਹ ਰਸਾਲੂ ਉਹਦੇ ਲਈ ਇੱਕ ਜਗ੍ਹਾ ਲੱਭ ਕੇ ਉੱਥੇ ਮਹਿਲ ਬਣਾ ਕੇ ਉਹਦੇ ਲਈ ਘਰ ਬਣਾ ਦਿੰਦਾ, ਅਤੇ ਉਹ ਕੁੜੀ ਦਾ ਨਾਮ ਕੋਕਲਾ ਹੁੰਦਾ। ਅਤੇ ਜਦੋਂ ਜੰਗਲ ਵਿੱਚੋਂ ਇੱਕ ਦਿਨ ਲੰਘਦਾ, ਇੱਕ ਸੱਪਣੀ ਨੇ ਇਹਦੇ ਡੰਗ ਮਾਰਨ ਲੱਗਦੀ ਆ, ਅਤੇ ਜਦੋਂ ਇਹਦੇ ਉਹ ਸੱਪਣੀ ਡੰਗ ਮਾਰਨ ਲੱਗਦੀ ਆ ਤਾਂ ਇਹ ਉਹਨੂੰ ਮਾਰ ਦਿੰਦਾ। ਅਤੇ ਜਦੋਂ ਮਾਰ ਦਿੰਦਾ ਅਤੇ ਉਹ ਜਿਹੜੀ ਸੱਪਣੀ ਆ ਕਹਿੰਦੇ ਵੀ ਉਹਨੂੰ ਇੱਕ ਸਰਾਪ ਦਿੰਦੀ ਆ ਵੀ ਤੈਂ ਆਪਣੀ ਜਿਹੜੀ ਕੁੜੀ ਨਾਲ ਤੇਰਾ ਵਿਆਹ ਹੋਣਾ ਅਤੇ ਉਸ ਤੋਂ 12 ਸਾਲ ਦੂਰ ਰਹਿਣਾ। ਅਤੇ ਕਿਹਾ ਜਾਂਦਾ ਕਿ ਉਹ ਸਰਾਪ ਤੋਂ ਮੁਕਤੀ ਪਾਉਣ ਦਾ ਮਾਰਾ ਇਹ 12 ਸਾਲ ਉਹ ਤੋਂ ਦੂਰ ਰਹਿੰਦਾ, ਜਿਹੜੀ ਉਹਦੀ ਪਤਨੀ ਹੁੰਦੀ ਆ। ਅਤੇ ਇੰਨੇ ਟਾਈਮ 'ਚੋਂ ਹੀ ਉੱਥੇ ਨਾ ਇੱਕ ਹੋਡੀ ਨਾਂ ਦਾ ਰਾਜਕੁਮਾਰ ਉਹਦੇ ਮਹਿਲਾਂ ਕੋਲੋਂ ਲੰਘਦਾ, ਜਿੱਥੋਂ ਉਹਨੂੰ ਮਹਿਲ 'ਚ ਰੱਖਦਾ ਕੋਕਲਾ ਨੂੰ, ਅਤੇ ਉਹਨੂੰ ਉਹਦੇ ਨਾਲ ਪ੍ਰੇਮ ਹੋ ਜਾਂਦਾ। ਅਤੇ ਕਿਹਾ ਜਾਂਦਾ ਕਿ ਇਸ ਗੱਲ ਦੀ ਖਬਰ ਉਹਨੂੰ ਆਪਦੇ ਘੋੜੇ ਅਤੇ ਤੋਤੇ ਤੋਂ ਮਿਲਦੀ ਰਹਿੰਦੀ ਆ। ਉਹ ਤੋਤਾ ਦੱਸਦਾ ਕਿ ਰਾਣੀ ਕੋਕਲਾ ਕੀ ਕਰ ਰਹੀ ਅੱਜ ਕੱਲ੍ਹ। ਅਤੇ ਕਿਹਾ ਜਾਂਦਾ ਕਿ ਜਿਹੜਾ ਇਹ ਫਿਰ ਰਾਜਕੁਮਾਰ ਨਾ ਵੱਡਾ ਹੋ ਕੇ ਫਿਰ ਜਦੋਂ ਉਹਨੂੰ ਖਿੱਚ ਚੜ੍ਹਦੀ ਹੈ ਕਿ ਮੈਂ ਜਿਹਦੇ ਲਈ 12 ਸਾਲ ਵੇਟ ਕਰੀ ਉਹਨੂੰ ਨੌਜਵਾਨ ਹੋਣ ਦਿੱਤਾ, ਅਤੇ ਕਿਸੇ ਹੋਡੀ ਨਾਂ ਦੇ ਰਾਜਕੁਮਾਰ ਨੂੰ ਪਿਆਰ ਕਰਦੀ ਹੈ। ਅਤੇ ਕਿਹਾ ਜਾਂਦਾ ਕਿ ਹੋਡੀ ਨਾਂ ਦੇ ਰਾਜਕੁਮਾਰ ਨੂੰ ਫਿਰ ਰਾਜਾ ਰਸਾਲੂ ਮਾਰ ਦਿੰਦਾ, ਅਤੇ ਉਸ ਤੋਂ ਬਾਅਦ ਬੜਾ ਉਦਾਸ ਹੁੰਦਾ। ਕਿਹਾ ਜਾਂਦਾ ਇਹ ਰਾਵਲਪਿੰਡੀ ਇਲਾਕੇ ਵਿੱਚ ਰਹਿਣ ਲੱਗ ਪੈਂਦਾ। ਕਹਿੰਦੇ ਉੱਥੇ ਇੱਕ ਡੈਣ ਰਹਿੰਦੀ ਆ, ਬੜੀ ਤੰਤਰ ਮੰਤਰ ਵਿੱਦਿਆ ਦੀ ਮਾਲਕ ਹੁੰਦੀ ਆ। ਇਹ ਸੋਚਦਾ ਕਿ ਮੈਂ ਇੰਨੇ ਲੋਕਾਂ ਦਾ ਭਲਾ ਕਰਿਆ, ਹੁਣ ਮੈਂ ਡੈਣ ਨੂੰ ਮਾਰ ਕੇ ਵੀ ਰਾਵਲਪਿੰਡੀ ਬੇਟਾ ਉੱਧਰ ਜਿਵੇਂ ਰਾਵਲਪਿੰਡੀ ਐਕਸਪ੍ਰੈਸ ਸ਼ੋਇਬ ਅਖਤਰ ਨੂੰ ਕਿਹਾ ਜਾਂਦਾ, ਪਾਕਿਸਤਾਨ ਦਾ ਇਲਾਕਾ ਹੈ ਰਾਵਲਪਿੰਡੀ। ਇਹ ਜੰਗਲਾਂ ਦੇ ਵਿੱਚ ਉਹਨੂੰ ਮਾਰਨ ਲਈ ਜਦੋਂ ਜਾਂਦਾ, ਕਿਹਾ ਜਾਂਦਾ ਕਹਿੰਦੇ ਵੀ ਇਹ ਘੋੜੇ 'ਤੇ ਸਵਾਰ ਹੁੰਦਾ, ਤੋਤਾ ਇਹਦੇ ਕੋਲ ਹੁੰਦਾ। ਜਿਹੜੀ ਡੈਣ ਹੁੰਦੀ ਆ ਜਿਹਨੇ ਤੰਤਰ ਮੰਤਰਾਂ ਦੀ ਮਾਹਿਰ ਹੁੰਦੀ ਆ, ਉਹ ਤੰਤਰ ਮੰਤਰ ਪੜ੍ਹ ਕੇ ਇਹਨੂੰ ਕਹਿੰਦੇ ਵੀ ਇਹਨੂੰ ਇਹ ਰਾਜੇ ਰਸਾਲੂ ਨੂੰ ਪੱਥਰ ਦਾ ਬਣਾ ਦਿੰਦੀ ਹੈ, ਅਤੇ ਉਹਦਾ ਬੁੱਤ ਉਵੇਂ ਰਾਜਾ ਰਸਾਲੂ ਘੋੜੇ ਦੇ ਉੱਪਰ ਖੜ੍ਹਾ। ਕਿਹਾ ਜਾਂਦਾ ਉਹ ਜੰਗਲਾਂ ਦੇ ਵਿੱਚ ਇੱਕ ਸਮਾਧੀ ਬਣੀ ਹੋਈ ਆ, ਅਤੇ ਕਿਹਾ ਜਾਂਦਾ ਕਿ ਜਦੋਂ ਜੱਗ ਦੇ ਉੱਪਰ ਉਹਦੇ ਤੰਤਰਾਂ ਮੰਤਰਾਂ ਦਾ ਅਸਰ ਖਤਮ ਹੋ ਗਿਆ ਅਤੇ ਰਾਜਾ ਰਸਾਲੂ ਫਿਰ ਤੋਂ ਮੁੜ ਸੁਰਜੀਤ ਹੋ ਜੂ, ਜਿੰਦਾ ਹੋ ਜੂ। ਉੱਥੇ ਬੇਟਾ ਰਾਵਲਪਿੰਡੀ ਇੱਕ ਸਮਾਧ ਬਣੀ ਹੋਈ ਆ ਰਾਜੇ ਰਸਾਲੂ ਦੀ। ਇੱਥੇ ਆ ਕੇ ਕਹਾਣੀ ਖਤਮ ਹੋ ਜਾਂਦੀ ਵੀ ਉਹ ਰਾਜਾ ਮਰਦਾ ਨਹੀਂ, ਕੁਛ ਨਹੀਂ ਹੁੰਦਾ। ਉਹ ਜਿਹੜੀ ਇੱਕ ਡੈਣ ਹੁੰਦੀ ਆ ਉਹਨੂੰ ਤੰਤਰ ਮੰਤਰਾਂ ਦੀ ਮਦਦ ਨਾਲ ਉਹਨੂੰ ਪੱਥਰ ਦਾ ਬਣਾ ਦਿੰਦੀ ਆ। ਇੱਥੇ ਜਾ ਕੇ ਬੇਟਾ ਇਹ ਜਿਹੜੀ ਕਹਾਣੀ ਖਤਮ ਹੁੰਦੀ ਆ।
ਸੋ ਜਿਹੜੇ ਬੱਚਿਆਂ ਨੇ ਇਹ ਚੈਨਲ ਦੇ ਉੱਪਰ ਕਹਾਣੀ ਨਹੀਂ ਸੁਣੀ ਡਿਟੇਲ ਦੇ ਵਿੱਚ, ਉਹਨਾਂ ਲਈ ਆਪਾਂ ਇਹ ਕਹਾਣੀ ਇਹਨਾਂ ਪ੍ਰਸ਼ਨ ਉੱਤਰਾਂ ਤੋਂ ਪਹਿਲਾਂ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਇਸ ਕਹਾਣੀ ਦੇ ਜਿਹੜੇ ਸਵਾਲ ਜਵਾਬ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਹਿਲਾ ਸਵਾਲ ਹੈ ਕਿ ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਕੌਣ-ਕੌਣ ਉਸਦੇ ਸਾਥੀ ਸਨ। ਉੱਤਰ ਹੈ ਕਿ ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿੱਚ 2 ਜਣੇ ਉਸਦੇ ਸਾਥੀ ਰਹੇ, ਜਿਨ੍ਹਾਂ ਵਿੱਚ ਇੱਕ ਘੋੜਾ ਸੀ ਜਿਸ ਦਾ ਨਾਮ ਫੌਲਾਦੀ ਸੀ ਅਤੇ ਦੂਜਾ ਤੋਤਾ ਸੀ। ਇਹਨਾਂ ਦੋਵਾਂ ਦਾ ਜਨਮ ਵੀ ਉਸੇ ਦਿਨ ਹੀ ਹੋਇਆ ਸੀ ਜਦੋਂ ਰਸਾਲੂ ਦਾ ਹੋਇਆ ਸੀ। ਇਹ ਦੋਵੇਂ ਬੇਟਾ ਫੌਲਾਦੀ ਨਾਂ ਦਾ ਘੋੜਾ ਅਤੇ ਤੋਤਾ ਉਹਦੇ ਜੀਵਨ ਸੰਘਰਸ਼ ਦੇ ਵਿੱਚ ਉਹਦੇ ਸਾਥੀ ਰਹੇ ਨੇ। ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਰਸਾਲੂ ਆਜ਼ਾਦ ਤਬੀਅਤ ਦਾ ਮਾਲਕ ਸੀ। ਹੁਣ ਆਪਾਂ ਉੱਪਰ ਪੜ੍ਹੇ ਆ ਸਟੋਰੀ ਦੇ ਵਿੱਚ ਸੁਣਿਆ ਕਿ ਜੋਤਸ਼ੀਆਂ ਦੇ ਕਹਿਣ 'ਤੇ ਰਸਾਲੂ ਨੂੰ ਉਸ ਦੇ ਪਿਤਾ ਨੇ 12 ਸਾਲ ਭੋਰੇ ਵਿੱਚ ਰੱਖਣ ਦਾ ਪ੍ਰਬੰਧ ਕੀਤਾ, ਪਰ ਉਸ ਜਵਾਨ ਅਤੇ ਆਜ਼ਾਦ ਤਬੀਅਤ ਦਾ ਮਾਲਕ ਸੀ, ਉਹ ਜਿਹੜਾ ਰਸਾਲੂ ਆ ਉਹ ਜਵਾਨ ਅਤੇ ਆਜ਼ਾਦ ਤਬੀਅਤ ਦਾ ਮਾਲਕ ਸੀ, ਨੌਜਵਾਨ ਸੀ। ਉਹ 11ਵੇਂ ਸਾਲ ਵਿੱਚ ਹੀ ਭੋਰੇ ਤੋਂ ਬਾਹਰ ਆ ਗਿਆ। ਇੱਥੋਂ ਪਤਾ ਲੱਗਦਾ ਕਿ ਉਹ ਆਜ਼ਾਦ ਤਬੀਅਤ ਦਾ ਮਾਲਕ ਸੀ। ਸਵਾਲ ਨੰਬਰ 3, ਰਾਜੇ ਸਲਵਾਨ ਨੇ ਰਸਾਲੂ ਨੂੰ ਦੇਸ਼ ਨਿਕਾਲਾ ਕਿਉਂ ਦੇ ਦਿੱਤਾ। ਹੁਣ 2 ਕਾਰਨ ਸੀ। ਇੱਕ ਤਾਂ ਇਹ ਕਿ ਪਹਿਲਾਂ ਆ ਗਿਆ ਸੀ ਭੋਰੇ 'ਚੋਂ, ਦੂਸਰਾ ਇਹ ਕਿ ਉਹ ਸ਼ਿਕਾਇਤਾਂ ਆਉਂਦੀਆਂ ਸੀ ਵੀ ਕੁੜੀਆਂ ਦੇ ਗਾਗਰਾਂ ਨੂੰ ਭੰਨਦਾ, ਅਤੇ ਦੂਸਰੀ ਗੱਲ ਇਹ ਸੀ ਘੜਿਆਂ ਤੋਂ ਬਾਅਦ ਉਹਨੇ ਗਾਗਰਾਂ 'ਤੇ ਵੀ ਨਿਸ਼ਾਨੇ ਲਾਉਣੇ ਸ਼ੁਰੂ ਕਰਤੇ। ਰਾਜਾ ਫਿਰ ਚਿੜ ਗਿਆ ਵੀ ਕਿੱਡਾ ਨਲਾਇਕ ਬੱਚਾ, ਮੇਰੀ ਗੱਲ ਨਹੀਂ ਮੰਨਦਾ। ਦੇਖੋ ਜੀ ਉੱਤਰ, ਰਾਜੇ ਸਲਵਾਨ ਨੂੰ ਰਸਾਲੂ 'ਤੇ ਗੁੱਸਾ ਆ ਗਿਆ। ਇੱਕ ਤਾਂ ਉਹ ਸਾਲ ਪਹਿਲਾਂ ਹੀ ਭੋਰੇ 'ਚੋਂ ਬਾਹਰ ਆ ਗਿਆ। ਪਹਿਲਾ ਕਾਰਨ ਤਾਂ ਇਹ ਆ ਕਿ 1 ਸਾਲ ਪਹਿਲਾਂ ਹੀ ਉਹ ਭੋਰੇ 'ਚੋਂ ਬਾਹਰ ਆ ਗਿਆ। ਦੂਜਾ, ਕੁੜੀਆਂ ਦੇ ਘੜੇ ਅਤੇ ਗਾਗਰਾਂ ਨੂੰ ਭੰਨ ਸੁੱਟਦਾ। ਉਸ ਦੀਆਂ ਸ਼ਿਕਾਇਤਾਂ ਸੁਣ ਕੇ ਉਸਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਹ ਬੇਟਾ ਕਾਰਨ ਸੀਗੇ 2 ਉਹਦੇ ਮੇਨ, ਜਿਸ ਕਰਕੇ ਉਹਨੂੰ ਦੇਸ਼ ਨਿਕਾਲਾ ਦਿੱਤਾ। 4 ਨੰਬਰ, ਬਾਸਕ ਨਾਗ ਰਸਾਲੂ ਦਾ ਮਿੱਤਰ ਕਿਵੇਂ ਬਣਿਆ। ਆਪਾਂ ਕਹਾਣੀ 'ਚ ਉੱਪਰ ਜ਼ਿਕਰ ਕੀਤਾ। ਦੇਸ਼ ਨਿਕਾਲੇ ਸਮੇਂ ਜਦੋਂ ਰਾਜਾ ਰਸਾਲੂ ਗੁਜਰਾਤ ਦੇ ਇਲਾਕੇ ਵਿੱਚੋਂ ਲੰਘ ਰਿਹਾ ਸੀ, ਬੇਟਾ ਕਹਾਣੀ 'ਚ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਪਾਕਿਸਤਾਨ ਦੇ ਵਿੱਚ ਵੀ ਹੈ ਇੱਕ ਇਲਾਕਾ, ਉੱਥੋਂ ਦਾ ਗੁਜਰਾਤ, ਜਿਵੇਂ ਅਸੀਂ ਨਰਿੰਦਰ ਮੋਦੀ ਜੀ ਦਾ ਦੇਸ਼ ਕਹਿੰਦੇ ਆ ਕਿ ਆਪਣਾ ਪ੍ਰਦੇਸ਼ ਲਾ ਲਓ, ਉਹਦਾ ਰਾਜ ਲਾ ਲਓ ਕਿ ਉਹਨਾਂ ਦੀ ਸਟੇਟ ਗੁਜਰਾਤ ਆ। ਉਸੇ ਤਰ੍ਹਾਂ ਪੁਰਾਤਨ ਜਿਹੜਾ ਸਾਡਾ ਪੰਜਾਬ ਸੀਗਾ ਉਹ ਬਹੁਤ ਵਡੇਰਾ ਸੀ, ਅਤੇ ਉਸ ਟਾਈਮ ਜਦੋਂ ਵੰਡ ਨਹੀਂ ਹੋਈ ਉਦੋਂ ਇੱਕ ਇਲਾਕਾ ਇਹਦਾ ਨਾਮ ਆ ਗੁਜਰਾਤ। ਅਤੇ ਉੱਥੋਂ ਦੀ ਜਦੋਂ ਲੰਘ ਰਿਹਾ ਸੀ ਤਾਂ ਰਸਤੇ ਵਿੱਚ ਉਹਨੇ ਇੱਕ ਨਾਗ ਵੇਖਿਆ ਜਿਸ ਦੀਆਂ ਅੱਖਾਂ ਵਿੱਚ ਰੇਤ ਪਈ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢ ਦਿੱਤੀ ਅਤੇ ਉਹ ਉਹਦਾ ਮਿੱਤਰ ਬਣ ਗਿਆ, ਅਤੇ ਫਿਰ ਉਹਨੂੰ ਮਣੀ ਦੇ ਕੇ ਗਿਆ ਸੀ। ਉਹ ਤੁਸੀਂ ਕਹਾਣੀ ਦੇ ਵਿੱਚ ਉੱਪਰ ਜ਼ਿਕਰ ਕਰਿਆ, ਆਪਾਂ ਨੇ ਸੁਣਿਆ ਹੋਏਗਾ। ਸਵਾਲ ਨੰਬਰ 5, ਰਸਾਲੂ ਨੇ ਸਰੂਪਾਂ ਦੀ ਸ਼ਰਤ ਜਿੱਤ ਕੇ ਵੀ ਉਸ ਨਾਲ ਵਿਆਹ ਕਿਉਂ ਨਾ ਕੀਤਾ। ਹੁਣ ਕਿਉਂ ਨਹੀਂ ਸੀ ਕੀਤਾ, ਤੁਹਾਨੂੰ ਉੱਪਰ ਦੱਸਿਆ ਕਿ ਉਹ ਸੁਨਿਆਰਾਂ ਦੇ ਲੜਕੇ ਨੂੰ ਪਿਆਰ ਕਰਦੀ ਸੀ। ਉੱਤਰ ਹੈ ਕਿ ਰਸਾਲੂ ਨੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਸਰੂਪਾਂ ਨਾਲ ਇਸ ਲਈ ਵਿਆਹ ਨਾ ਕੀਤਾ ਕਿਉਂਕਿ ਉਸ ਨੂੰ ਪਤਾ ਲੱਗਾ ਕਿ ਸਰੂਪਾਂ ਇੱਕ ਸੁਨਿਆਰਾ ਜਾਂ ਸੁਨਿਆਰੇ ਦੇ ਮੁੰਡੇ ਨੂੰ ਪਿਆਰ ਕਰਦੀ ਹੈ, ਅਤੇ ਉਸਨੇ ਉਸ ਦੇ ਪਿਤਾ ਨੂੰ ਕਹਿ ਕੇ ਉਸ ਦਾ ਵਿਆਹ ਸੁਨਿਆਰਾਂ ਦੇ ਮੁੰਡੇ ਨਾਲ ਕਰਵਾ ਦਿੱਤਾ। ਰਾਜੇ ਹਰੀਸ਼ਚੰਦਰ ਨੂੰ ਨੇ ਕਹਿ ਕੇ ਕਿ ਜੀ ਐਂ ਕਰਕੇ ਜਿਹੜੀ ਤੁਹਾਡੀ ਬੇਟੀ ਆ ਮੈਨੂੰ ਨਹੀਂ ਕਿਸੇ ਸੁਨਿਆਰਾਂ ਦੇ ਮੁੰਡੇ ਨੂੰ ਪਸੰਦ ਕਰਦੀ ਹੈ ਜਾਂ ਪਿਆਰ ਕਰਦੀ ਹੈ, ਇਹਦੀ ਜਿਹੜੀ ਸ਼ਾਦੀ ਉਹਦੇ ਨਾਲ ਕਰ ਦਿਓ। ਅਤੇ ਕਿਹਾ ਜਾਂਦਾ ਰਾਜੇ ਰਸਾਲੂ ਨੂੰ ਉਹਨਾਂ ਦੀ ਸ਼ਾਦੀ ਕਰਵਾ ਦਿੱਤੀ ਅਤੇ ਉੱਥੋਂ ਚਾਲੇ ਪਾ ਲਏ। ਸਵਾਲ ਨੰਬਰ 6, ਰਾਜਾ ਸਿਰਕੱਪ ਕਿਹੜੀਆਂ ਕਰਤੂਤਾਂ ਕਰਕੇ ਬਦਨਾਮ ਸੀ। ਕਰਤੂਤਾਂ ਹੁੰਦੀਆਂ ਨੇ ਬੇਟਾ ਤੁਹਾਡੀਆਂ ਗਲਤ ਹਰਕਤਾਂ। ਰਾਜਾ ਸਿਰਕੱਪ ਜ਼ੁਲਮੀ ਅਤੇ ਕਪਟੀ ਰਾਜਾ ਸੀ। ਉਹ ਧੋਖੇ ਨਾਲ ਦੂਜਿਆਂ 'ਤੇ ਵਾਰ ਕਰਦਾ ਜਾਂ ਉਹਨਾਂ ਨੂੰ ਹਰਾਉਂਦਾ। ਕਪਟੀ ਦਾ ਬੇਟਾ ਅਸੀਂ ਕਹਿ ਸਕਦੇ ਹਾਂ ਕਿ ਝੂਠਾ, ਫਰੇਬੀ ਜਾਂ ਚਲਾਕ, ਉਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਕਪਟੀ 'ਚ। ਉਹ ਸਿਰਾਂ ਦੀ ਬਾਜੀ ਲਾ ਕੇ ਉਹ ਕਹਿੰਦਾ ਸੀ ਜਿਹਨੇ ਮੈਨੂੰ ਹਰਾਤਾ ਉਹ ਰਾਜ ਭਾਗ ਉਹਦਾ, ਨਹੀਂ ਮੈਂ ਉਹਨੂੰ ਮਾਰ ਦੂੰ, ਅਤੇ ਬਹੁਤ ਸਾਰੇ ਲੋਕਾਂ ਨੂੰ ਧੋਖੇ ਨਾਲ ਹਰਾ ਕੇ ਮਾਰ ਦਿੰਦਾ ਸੀ। ਉਹ ਸਿਰਾਂ ਦੀ ਬਾਜੀ ਲਾ ਕੇ ਅਤੇ ਹੇਰਾ ਫੇਰੀ ਨਾਲ ਚੌਪੜ ਖੇਡਦਾ ਸੀ, ਅਤੇ ਜੋ ਹਾਰ ਜਾਂਦਾ ਉਸ ਨੂੰ ਮਰਵਾ ਦਿੰਦਾ। ਇਸ ਸੰਬੰਧ ਵਿੱਚ ਉਸਨੇ ਆਪਣੇ ਭਰਾ ਸਿਰਮੁਖ ਦਾ ਲਿਹਾਜ਼ ਵੀ ਨਾ ਕੀਤਾ। ਉਹਨੇ ਆਪਣੇ ਸਕੇ ਭਰਾ ਸਿਰਮੁਖ ਨੂੰ ਚੌਪੜ ਦੇ ਵਿੱਚ ਧੋਖੇ ਨਾਲ ਹਰਾ ਕੇ ਉਹਦਾ ਗਰਦਨ ਵੱਢ ਕੇ ਜੰਗਲ 'ਚ ਸੁੱਟਤਾ ਅਤੇ ਉਹਦਾ ਰਾਜ ਭਾਗ ਆਪ ਹੜੱਪ ਲਿਆ। ਇਸ ਕਰਕੇ ਉਹ ਬਦਨਾਮ ਸੀ। ਸਵਾਲ ਨੰਬਰ 7, ਰਾਜੇ ਰਸਾਲੂ ਨੇ ਰਾਜੇ ਸਿਰਕੱਪ ਨੂੰ ਕਿਵੇਂ ਹਰਾਇਆ। ਹੁਣੇ ਆਪਾਂ ਸਾਰੀ ਕਹਾਣੀ ਡਿਟੇਲ 'ਚ ਪੜ੍ਹੀ ਆ ਕਿ ਉਹ ਨਾਲ ਮਣੀ ਲੈ ਕੇ ਗਿਆ ਜਿਹਦੇ ਕਰਕੇ ਉਹ ਮਰਿਆ ਨਹੀਂ, ਬਚ ਗਿਆ ਜ਼ਹਿਰੀਲਾ ਗੈਸਾਂ ਤੋਂ, ਅਤੇ ਨਾਲ ਬਲੂੰਗੜਾ ਲੈ ਕੇ ਗਿਆ ਬੱਚਾ ਬਿੱਲੀ ਦਾ, ਅਤੇ ਉਹਦੇ ਕਰਕੇ ਜਿਹੜਾ ਉਹ ਮਤਲਬ ਚੂਹਾ ਬਾਹਰ ਨਹੀਂ ਨਿਕਲਦਾ, ਅਤੇ ਉੱਥੇ ਵੀ ਉਹਦਾ ਬਚਾਅ ਬਹੁਤ ਵੱਡੀ ਮਾਤਰਾ 'ਚ ਉਹਦਾ ਬਚਾਅ ਹੁੰਦਾ। ਅਤੇ ਆਓ ਆਪਾਂ ਪੜ੍ਹਦੇ ਹਾਂ ਅੱਗੇ
ਕਿ ਰਾਜੇ ਰਸਾਲੂ ਨੇ ਸਿਰਮੁਖ ਵੱਲੋਂ ਦੱਸੇ ਹੋਏ ਤਰੀਕੇ ਨਾਲ ਸਿਰਕੱਪ ਨਾਲ ਆਪਣੇ ਪਾਸੇ ਨਾਲ ਬਾਜੀ ਖੇਡੀ। ਆਪਣੇ ਵਾਲੀ ਸਾਈਡ ਤੋਂ ਜਿਹੜਾ ਉਹਨੂੰ ਖੇਡਣ ਦਾ ਢੰਗ ਹੁੰਦਾ ਬੇਟਾ, ਸਿਰਕੱਪ ਉਹ ਚੌਪੜ ਨੂੰ ਨੇ ਆਪਣੇ ਪਾਸੇ ਨਾਲ ਬਾਜੀ ਖੇਡੀ। ਉਹ ਉਸ ਦੀਆਂ ਸੋਹਣੀਆਂ ਤੀਵੀਆਂ ਵਾਲੀਆਂ ਚਾਲਾਂ ਵਿੱਚ ਵੀ ਨਾ ਆਇਆ। ਹੁਣ ਸਿਰਕੱਪ ਨੇ ਬੜੀਆਂ ਖੂਬਸੂਰਤ ਕੁੜੀਆਂ ਖੜਾਈਆਂ, ਉਹਨੂੰ ਇਸ਼ਾਰੇ ਕੀਤੇ ਵੀ ਇੱਧਰ ਧਿਆਨ ਭਟਕੇ, ਪਰ ਉੱਧਰ ਝਾਕਿਆ ਨਹੀਂ। ਉਹਨੂੰ ਪਤਾ ਸੀ ਵੀ ਇਹ ਕਿਉਂ ਖੜੇ ਨੇ, ਕਿਉਂਕਿ ਉਹਦੇ ਭਰਾ ਸਿਰਮੁਖ ਨੇ ਪਹਿਲਾਂ ਸਾਰਾ ਦੱਸਤਾ ਸੀ। ਅਤੇ ਉਸਨੇ ਆਪਣੇ ਕੋਲ ਇੱਕ ਬਲੂੰਗੜਾ ਵੀ ਰੱਖਿਆ। ਉਹਨੇ ਆਪਣੇ ਪੈਰਾਂ ਦੇ ਵਿੱਚ ਉਹ ਬਲੂੰਗੜੇ ਨੂੰ ਵੀ ਬਿਠਾ ਕੇ ਰੱਖਿਆ। ਉਹਨੂੰ ਪਤਾ ਸੀ ਇਹ ਹੁਣ ਚੂਹਾ ਛੱਡੂਗਾ, ਅਤੇ ਉਹ ਜਿਹੜੇ ਚੂਹਾ ਸੀ ਉਹ ਬਲੂੰਗੜੇ ਤੋਂ ਡਰਦਾ ਮਾਰਾ ਬਾਹਰ ਨਹੀਂ ਆਇਆ, ਉਸ ਸਾਈਡ ਨਹੀਂ ਆਇਆ, ਜਿਸ ਕਾਰਨ ਰਾਜਾ ਸਿਰਕੱਪ ਦਾ ਚੂਹਾ ਵੀ ਉਸ ਦੀ ਮਦਦ ਨਾ ਕਰ ਸਕਿਆ ਅਤੇ ਉਹ ਹਾਰ ਗਿਆ। ਇੱਥੇ ਬੇਟਾ ਫਿਰ ਚੌਪੜ ਦੇ ਵਿੱਚ ਜਿਹੜਾ ਰਾਜਾ ਰਸਾਲੂ ਆ ਰਾਜੇ ਸਿਰਕੱਪ ਨੂੰ ਹਰਾ ਦਿੰਦਾ। ਆਪਾਂ ਉੱਪਰ ਗੱਲ ਵੀ ਕੀਤੀ ਹੈ, ਹਾਰਨ ਤੋਂ ਬਾਅਦ ਉਹ ਕਿੱਦਾਂ ਬਚਦਾ ਹੈ, ਕੀ ਹੁੰਦਾ, ਉਹ ਕਹਾਣੀ ਤੁਹਾਨੂੰ ਕੋਕਲਾਂ ਦੇ ਨਾਂ ਨਾਲ ਜੋੜ ਕੇ ਸੁਣਾਈ ਹੈ। ਪ੍ਰਸ਼ਨ ਨੰਬਰ 8, ਕੋਕਲਾਂ ਕੌਣ ਸੀ? ਉਹ ਰਾਜੇ ਰਸਾਲੂ ਦੇ ਜੀਵਨ ਵਿੱਚ ਕਿਸ ਤਰ੍ਹਾਂ ਆਈ? ਉੱਪਰ ਆਪਾਂ ਜ਼ਿਕਰ ਕੀਤਾ। ਕੋਕਲਾਂ ਦਾ ਜਨਮ ਉਸ ਦਿਨ ਹੁੰਦਾ ਜਿੱਦੇ ਰਾਜਾ ਰਸਾਲੂ ਨੂੰ ਹਰਾਉਂਦਾ। ਉਹਦਾ ਪਿਤਾ ਕਹਿੰਦਾ ਇਹਨੂੰ ਮਾਰ ਦਿਓ, ਇਹ ਮੇਰੇ ਲਈ ਸ਼ੁਭ ਪੈਦਾ ਹੋਈ ਹੈ, ਅਤੇ ਉਹ ਕਹਿੰਦਾ ਇਹਨੂੰ ਜਿਉਣ ਦਿਓ ਕਿਉਂਕਿ ਇਹਦੇ ਜਨਮ ਤੋਂ ਹੀ ਮੈਂ ਜਿੱਤਿਆ, ਅਤੇ ਇੱਕ ਸ਼ਰਤ ਰੱਖਦਾ ਕਿ ਜਦੋਂ ਇਹ ਜਨਮੀ ਇਹਦੇ ਨਾਲ ਮੈਂ ਵੱਡੀ ਹੋਈ ਤਾਂ ਸ਼ਾਦੀ ਕਰਵਾਊਂਗਾ। ਉੱਤਰ ਹੈ ਕਿ ਕੋਕਲਾਂ ਰਾਜੇ ਸਿਰਕੱਪ ਦੀ ਧੀ ਸੀ। ਉਸ ਦੇ ਜਨਮ ਵੇਲੇ ਰਾਜਾ ਚੌਪੜ ਹਾਰ ਗਿਆ ਸੀ, ਤਾਂ ਉਸਨੇ ਉਸ ਨੂੰ ਮਰਵਾਉਣ ਦਾ ਹੁਕਮ ਦਿੱਤਾ, ਪਰ ਰਸਾਲੂ ਨੇ ਕਿਹਾ ਕਿ ਇਸ ਨੂੰ ਨਾ ਮਾਰੋ, ਇਸ ਦੇ ਜਵਾਨ ਹੋਣ 'ਤੇ ਉਹ ਉਸ ਨਾਲ ਵਿਆਹ ਕਰਵਾ ਲਏਗਾ। ਹੁਣ ਬੇਟਾ ਕੋਕਲਾਂ ਉਹ ਹੈ ਕੁੜੀ ਜਿਹੜੀ ਐਂਡ 'ਤੇ ਹੋਡੀ ਨਾਂ ਦੇ ਜਿਹੜੇ ਰਾਜਕੁਮਾਰ ਨੂੰ ਪਿਆਰ ਕਰਦੀ ਹੈ, ਅਤੇ ਜਦੋਂ ਹੋਡੀ ਨੂੰ ਇਹ ਮਾਰ ਦਿੰਦਾ ਰਸਾਲੂ, ਅਤੇ ਉਹ ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਮਰ ਜਾਂਦੀ ਹੈ। ਕੋਕਲਾਂ ਇਹ ਹੁੰਦੀ ਹੈ। ਪ੍ਰਸ਼ਨ ਨੰਬਰ 9, ਕੋਕਲਾਂ ਦੇ ਜੀਵਨ ਦਾ ਅੰਤ ਕਿਵੇਂ ਹੋਇਆ? ਇਹ ਆਪਾਂ ਉੱਪਰ ਡਿਟੇਲ 'ਚ ਪੜ੍ਹਿਆ, ਫਿਰ ਵੀ ਉੱਤਰ ਪੜ੍ਹਦੇ ਹਾਂ ਕਿ ਕੋਕਲਾਂ ਅਤੇ ਰਾਜਾ ਹੋਡੀ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ। ਜਦੋਂ ਰਾਜੇ ਰਸਾਲੂ ਨੂੰ ਪਤਾ ਲੱਗਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਰਾਜੇ ਹੋਡੀ ਨੂੰ ਮਾਰ ਦਿੱਤਾ। ਹੋਡੀ ਦੇ ਮਰਨ ਦੀ ਖਬਰ ਸੁਣ ਕੇ ਕੋਕਲਾਂ ਵੀ ਮਹਿਲਾਂ ਤੋਂ ਛਾਲ ਮਾਰ ਕੇ ਮਰ ਗਈ। ਇੱਥੇ ਬੇਟਾ ਇਹ ਕੋਕਲਾਂ ਦੇ ਜੀਵਨ ਦਾ ਅੰਤ ਹੋ ਜਾਂਦਾ। ਰਾਜਾ ਰਸਾਲੂ ਦੀ ਸ਼ਖਸੀਅਤ ਦੇ ਮੁੱਖ ਗੁਣ ਕਿਹੜੇ ਸਨ? ਮਤਲਬ ਉਹਦੀ ਪਰਸਨੈਲਿਟੀ ਕਿੱਦਾਂ ਦੀ ਹੈ? ਹੁਣ ਜਿਹੜਾ ਅਸੀਂ ਕਹਾਣੀ ਦੇ ਵਿੱਚ ਬੇਟਾ ਜਿਹੜੇ ਉਹਦੇ ਮੇਨ ਗੱਲਾਂ ਪੋਜ਼ੀਟਿਵ ਸੋਚੀਆਂ ਨੇ, ਉਹ ਸਾਰੀ ਉਹਦੀਆਂ ਵਿਸ਼ੇਸ਼ਤਾਵਾਂ ਨੇ, ਸਾਰੇ ਉਹਦੇ ਗੁਣ ਨੇ। ਆਓ ਪੜ੍ਹਦੇ ਹਾਂ। ਰਾਜਾ ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਸੁਭਾਅ ਵਾਲਾ ਸੀ। ਸੁੰਦਰ ਜਵਾਨ ਸੀ, ਪਰ ਸੁੰਦਰਤਾ ਦੀ ਖਿੱਚ ਤੋਂ ਮੁਕਤ। ਉਹ ਕੋਈ ਬੰਦਾ ਉਹਨੂੰ ਆਪਣੇ ਵੱਲ ਕਾਬੂ ਨਹੀਂ ਸੀ ਕਰ ਸਕਦਾ, ਇੰਨਾ ਘੈਂਟ ਬੰਦਾ ਸੀ। ਕਿਉਂ? ਉਹ ਸੁੰਦਰ ਕੁੜੀਆਂ ਵੱਲ ਵੀ ਉਹਦਾ ਧਿਆਨ ਨਹੀਂ ਗਿਆ। ਜਦੋਂ ਭੋਰੇ ਤੋਂ ਬਾਹਰ ਆਉਂਦਾ ਉਦੋਂ ਵੀ ਇੱਕ ਸੁੰਦਰ ਕੁੜੀ ਉਹਨੂੰ ਵੇਖਦੀ ਆ, ਉਹ ਉਹਦਾ ਧਿਆਨ ਨਹੀਂ ਜਾਂਦਾ ਉੱਧਰ। ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ, ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਦਾ। ਜਦੋਂ ਉਹ ਸਰੂਪਾਂ ਦੀ ਭਾਵਨਾ ਉਹ ਦੱਸਦੀ ਹੈ ਕਿ ਮੈਂ ਇੱਕ ਮਤਲਬ ਸੁਨਿਆਰਾਂ ਦੇ ਮੁੰਡੇ ਨੂੰ ਪਿਆਰ ਕਰਦੀ ਹਾਂ, ਤਾਂ ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਤੂੰ ਆਪਣਾ ਉਹਦੇ ਨਾਲ ਸ਼ਾਦੀ ਕਰ ਲਾ। ਜ਼ਾਲਮਾਂ ਦਾ ਨਾਸ਼ ਕਰਨ ਵਾਲਾ, ਉਹ ਬਹੁਤ ਸਾਰੇ ਜ਼ਾਲਮੀ ਲੋਕਾਂ ਨੂੰ ਮਾਰਦਾ ਜਾਂਦਾ ਜਿਹੜੇ ਇਲਾਕਿਆਂ 'ਚੋਂ ਲੰਘਦਾ। ਪੱਕਾ ਨਿਸ਼ਾਨੇਬਾਜ਼, ਉਹ ਤੁਹਾਨੂੰ ਪਤਾ ਪਹਿਲਾਂ ਘੜੇ ਭੰਨਦਾ, ਫਿਰ ਗਾਗਰਾਂ ਭੰਨਦਾ, ਫਿਰ ਮੱਛੀ ਦੀ ਅੱਖ 'ਚ ਨਿਸ਼ਾਨਾ ਲਾਉਂਦਾ, ਉਹ ਪੱਕਾ ਨਿਸ਼ਾਨੇਬਾਜ਼ ਵੀ ਹੈ। ਅਤੇ ਕੁਰਬਾਨੀ ਦੀ ਭਾਵਨਾ ਕਰਨ ਵਾਲਾ। ਹੁਣ ਇਹ ਸਟੋਰੀ 'ਚ ਅਸੀਂ ਦੇਖਿਆ ਜਿਵੇਂ ਰਾਜੇ ਸਿਰਕੱਪ ਨੂੰ ਹਰਾਉਂਦਾ, ਉਹਦੇ ਭਰਾ ਦੀ ਮੌਤ ਦਾ ਬਦਲਾ ਲੈਂਦਾ, ਅਤੇ ਜੋ ਵੀ ਇਸ ਕਹਾਣੀ 'ਚ ਵਾਪਰਿਆ ਉਹ ਸਾਰੀਆਂ ਉਹਦੀਆਂ ਕੁਰਬਾਨੀਆਂ ਨੇ। ਮਤਲਬ ਕਿ ਉਹਦੀ ਜਿਹੜੀ ਸ਼ਖਸੀਅਤ ਹੈ ਬੇਟਾ, ਉਹਦੇ ਵਿੱਚ ਬਹੁਤ ਸਾਰੇ ਗੁਣ ਨੇ। ਤੁਸੀਂ ਕਹਾਣੀ ਦੇ ਆਧਾਰ 'ਤੇ ਆਪਣੇ ਕੋਲੋਂ ਵੀ ਇੱਕ ਦੋ ਗੱਲਾਂ ਇਹਦੇ ਵਿੱਚ ਐਡ ਕਰਕੇ ਲਿਖ ਸਕਦੇ ਹੋ। ਸਵਾਲ ਨੰਬਰ 11, ਪੂਰਨ ਭਗਤ ਅਤੇ ਰਾਜਾ ਰਸਾਲੂ ਵਿੱਚ ਕਿਹੜੇ ਸਮਾਨ ਗੁਣ ਅਤੇ ਕਿਹੜੇ ਵੱਖਰੇ ਗੁਣ ਸਨ? ਹੁਣ ਬੇਟਾ ਰਾਜਾ ਰਸਾਲੂ ਅਤੇ ਪੂਰਨ ਭਗਤ ਨੂੰ ਵੀ ਕੈਦ ਹੋਈ, ਰਾਜਾ ਰਸਾਲੂ ਨੂੰ ਵੀ ਹੋਈ। ਇਹਨਾਂ 'ਚ ਸਮਾਨ ਗੁਣ ਆ। ਹੁਣ ਜਿਹੜੀ ਅਸਮਾਨਤਾ ਕਿ ਪੂਰਨ ਭਗਤ ਦਾ ਮਤਲਬ ਸਮੇਂ ਦਾ, ਹਾਲਾਤਾਂ ਦਾ, ਆਗਿਆ ਦਾ ਪਾਲਣ ਕਰਨ ਵਾਲਾ ਸੀ, ਉਹ ਤਾਂ 12 ਸਾਲ ਅੰਦਰ ਰਿਹਾ, ਪਰ ਇਹਦੇ ਉਲਟ ਇਹ 12 ਸਾਲ ਤੋਂ ਬਾਅਦ ਹੀ ਬਾਹਰ ਨਿਕਲਿਆ ਆ। ਆਓ ਪੜ੍ਹਦੇ ਹਾਂ। ਪੂਰਨ ਅਤੇ ਰਸਾਲੂ ਦੋਵੇਂ ਸੁੰਦਰ ਅਤੇ ਜਵਾਨ ਸਨ। ਹੁਣ ਇਹਨਾਂ 'ਚ ਇੱਕ ਇਹ ਸਮਾਨਤਾ ਵੀ ਹੈ ਕਿ ਰਾਜਾ ਰਸਾਲੂ ਵੀ ਬੜਾ ਸੋਹਣਾ ਸੁੰਦਰ ਸੀ, ਅਤੇ ਪੂਰਨ ਭਗਤ ਵੀ ਬੜਾ ਸੋਹਣਾ ਅਤੇ ਸੁੰਦਰ ਸੀ। ਦੋਵੇਂ ਹੀ ਸੁੰਦਰਤਾ ਜਾਂ ਲਾਲਚ ਦੀ ਖਿੱਚ ਤੋਂ ਮੁਕਤ ਸਨ। ਹੁਣ ਪੂਰਨ ਭਗਤ ਵੀ ਉਹਦੇ ਵਿੱਚ ਆਪਾਂ ਸਟੋਰੀ ਦੇ ਵਿੱਚ ਪੜ੍ਹਿਆ, ਲੂਣਾ ਨੂੰ ਉਹ ਤਿਆਗ ਕਰਦਾ, ਸੁੰਦਰਾਂ ਦਾ ਤਿਆਗ ਕਰਦਾ, ਅਤੇ ਇੱਥੇ ਕਿਹਾ ਜਾਂਦਾ ਕਿ ਰਾਜਾ ਰਸਾਲੂ ਇਹ ਵੀ ਉਹਦੇ ਵਰਗੇ ਹੀ ਸੀ। ਇਹ ਵੀ ਕਿਸੇ ਦੀ ਸੁੰਦਰਤਾ ਨੂੰ ਵੇਖ ਕੇ ਉੱਧਰ ਅਟਰੈਕਟ ਹੋਣ ਵਾਲਾ ਨਹੀਂ ਸੀ। ਦੋਵੇਂ ਹੀ ਦੂਜਿਆਂ ਨੂੰ ਮਾਫ਼ ਕਰਨ ਵਾਲੇ ਸਨ। ਇਹਨੇ ਆਖਰ ਦੇ ਵਿੱਚ ਰਾਜੇ
ਜਿਹੜਾ ਪੂਰਨ ਨੇ ਸਿਆਲਕੋਟ ਦੇ ਰਾਜੇ ਨੂੰ ਵੀ ਮਾफ़ ਕੀਤਾ, ਲੂਣਾ ਨੂੰ ਵੀ ਮਾफ़ ਕੀਤਾ। ਅਤੇ ਇਸੇ ਤਰ੍ਹਾਂ ਇਹਦੇ ਵਿੱਚ ਆਪਾਂ ਕਹਾਣੀ ਦੇ ਵਿੱਚ ਜਦੋਂ ਦੇਖਦੇ ਹਾਂ ਕਿ ਜਿਹੜਾ ਰਸਾਲੂ ਆ ਉਹ ਕੋਕਲਾਂ ਨੂੰ ਵੀ ਚਲੋ ਮਾਫ਼ ਤਾਂ ਨਹੀਂ ਆਪਾਂ ਕਹਾਂਗੇ ਕਰਦਾ, ਅਤੇ ਉੱਥੇ ਇਹ ਉੱਪਰ ਜਾ ਕੇ ਜਿਹੜੀ ਉਹਦੀ ਆਉਂਦੀ ਆ ਰਾਜਾ ਹਰੀਸ਼ਚੰਦ ਦੀ ਪੁੱਤਰੀ ਸਰੂਪਾ ਨੂੰ ਮਾफ़ ਕਰ ਦਿੰਦਾ ਇੱਥੇ ਵੀ ਚੱਲ ਕੋਈ ਨਹੀਂ, ਜੇ ਤੇਰੀ ਮੇਰੇ ਨਾਲ ਸ਼ਾਦੀ ਨਹੀਂ ਹੁੰਦੀ ਤਾਂ ਕੋਈ ਗੱਲ ਨਹੀਂ। ਪਰ ਪੂਰਨ ਆਗਿਆਕਾਰੀ ਸੀ, ਜਿਹੜੀ ਅਸਮਾਨਤਾ ਜਿਹੜੀ ਇਹਨਾਂ 'ਚ ਸੇਮ ਨਹੀਂ ਹੈਗੀ। ਪੂਰਨ ਆਗਿਆਕਾਰੀ ਸੀ ਅਤੇ ਰਸਾਲੂ ਆਜ਼ਾਦ ਖਿਆਲਾਂ ਵਾਲਾ ਸੀ। ਪੂਰਨ ਭਗਤ ਸੀ ਅਤੇ ਰਾਜਾ ਰਸਾਲੂ ਸੀ, ਉਹ ਤਾਂ ਭਗਤ ਬਣ ਗਿਆ ਸੀ, ਇਹ ਰਾਜਕੁਮਾਰਾਂ ਦੀ ਤਰ੍ਹਾਂ ਰਿਹਾ ਰਸਾਲੂ। ਸੋ ਪਿਆਰੇ ਬੱਚੋ, ਇਹ ਜਿਹੜੇ ਸੀਗੇ ਕੁਐਸਚਨ ਆਨਸਰ ਰਾਜਾ ਰਸਾਲੂ ਦੇ ਜੀਵਨ ਬਿਉਰੇ ਨਾਲ ਸੰਬੰਧਿਤ, ਉਹਨਾਂ ਦੀ ਇਹ ਜਿਹੜੀ ਪੂਰੀ ਉੱਪਰ ਆਪਾਂ ਨੇ ਗਥਾ ਸੁਣੀ ਆ ਕਿ ਉਹਨਾਂ ਦਾ ਜੀਵਨ ਕਿੱਦਾਂ ਦਾ ਰਿਹਾ, ਕਿਹੜੀਆਂ ਕਿਹੜੀਆਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਸਨ। ਸੋ ਆਪਾਂ ਆਸ ਕਰਦੇ ਹਾਂ ਕਿ ਤੁਸੀਂ ਉੱਪਰ ਪਹਿਲਾਂ ਸਟੋਰੀ ਜਿਹੜੇ ਬੱਚੇ ਨਹੀਂ ਸੁਣੀ ਉੱਪਰ ਸੁਣ ਲਈ ਹੋਏਗੀ, ਅਤੇ ਇਸ ਪਾਠ ਨਾਲ ਸੰਬੰਧਿਤ ਜਿਹੜੇ ਸਵਾਲ ਜਵਾਬ ਨੇ ਤੁਸੀਂ ਇਹਨਾਂ ਨੂੰ ਸਮਝ ਕੇ ਆਪਣੀ ਨੋਟਬੁੱਕਸ ਦੇ ਉੱਪਰ ਜ਼ਰੂਰ ਕਰਨਾ, ਅਤੇ ਪੇਪਰਾਂ ਦੇ ਵਿੱਚ ਇਹਨਾਂ ਸਵਾਲਾਂ ਤੋਂ ਬਿਨਾਂ ਆਪਣੀ ਪਾਠ ਪੁਸਤਕ ਵਿੱਚੋਂ ਵੀ ਇਹ ਸਵਾਲਾਂ ਨੂੰ ਖੋਜਣ ਦੀ ਕੋਸ਼ਿਸ਼ ਕਰਨੀ ਆ। ਸੋ ਰਾਜਾ ਰਸਾਲੂ ਦੇ ਜੀਵਨ ਨਾਲ ਸੰਬੰਧਿਤ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ 11ਵੀਂ ਜਮਾਤ ਦੀਆਂ ਜਿੰਨੀਆਂ ਵੀ ਪ੍ਰੀਤ ਕਥਾਵਾਂ, ਦੰਤ ਕਥਾਵਾਂ ਦੇ ਜਿਹੜੇ ਕੁਐਸਚਨ ਆਨਸਰ ਨੇ, ਜੇਕਰ ਤੁਸੀਂ ਪੜ੍ਹਨਾ, ਸੁਣਨਾ ਅਤੇ ਸਮਝਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਹਮੇਸ਼ਾ ਆਪਣੇ ਨਾਲ ਇਸ ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।